ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਜ ਪ੍ਰਕਾਸ਼ ਵਿੱਚੋਂ ਦੇਵੀ ਦਾ ਪ੍ਰਸੰਗ ਸਾਡਾ ਚੱਲ ਰਿਹਾ ਹੈ। ਅਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਸੀ ਕਿ ਪੰਡਤ ਕੇਸ਼ਵ ਦਾਸ, ਬ੍ਰਾਹਮਣ ਕੇਸ਼ਵ ਦਾਸ ਡਰ ਦੇ ਮਾਰੇ ਉੱਥੋਂ ਪਹਾੜੀ ਤੋਂ ਥੱਲੇ ਉਤਰ ਆਇਆ ਸੀ, ਕਿਉਂਕਿ ਦੇਵੀ ਪ੍ਰਗਟ ਹੋਣ ਦਾ ਸਮਾਂ ਪੁੱਗ ਚੁੱਕਾ ਸੀ। ਉਹ ਜਲਦੀ ਥੱਲੇ ਆ ਗਿਆ ਤੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਹੀ ਸਨ। ਜਦ ਦਿਨ ਬੀਤ ਗਿਆ ਤਾਂ ਪ੍ਰਭੂ ਜੀ ਬੜੇ ਪ੍ਰੇਮ ਵਿੱਚ ਆ ਗਏ। ਰਾਤ ਪੈ ਗਈ ਤਾਂ ਇਕੱਲੇ ਜਾਗਦੇ ਰਹੇ। 5 ਕੋਹ ਤੱਕ ਕੋਈ ਜੀਵ ਨਹੀਂ ਸੀ। ਹਿਰਦੇ ਵਿੱਚ ਪ੍ਰਗਟ ਹੋਣ ਦੀ ਉਡੀਕ ਕਰ ਰਹੇ ਸਨ। ਗੁਰੂ ਗੋਬਿੰਦ ਰਾਏ ਜੀ ਇਕੱਲੇ ਉੱਥੇ ਸਨ, ਕਿਉਂਕਿ ਪੰਡਤ ਡਰਦਾ ਮਾਰਾ ਭੱਜ ਕੇ ਆ ਗਿਆ ਸੀ। ਮੰਤਰ ਪੜ੍ਹਦੇ ਸਨ ਤੇ ਹਮਨ ਕਰਦੇ ਸਨ। ਇੱਕ ਆਸਣ ਉੱਤੇ ਚਿੱਤ ਲਾ ਕੇ ਬੈਠੇ ਸਨ। ਫਿਰ ਜਦ ਸਵੇਰ ਹੋ ਗਈ ਤਾਂ ਐਤਵਾਰ ਨੂੰ ਸੂਰਜ ਉਦੇ ਹੋਇਆ। ਜਦ ਪ੍ਰਕਾਸ਼ ਹੋਇਆ ਤਾਂ ਇੱਕ ਅਦਭੁਤ ਨਜ਼ਾਰਾ ਵੇਖਿਆ। ਆਕਾਸ਼ ਵਿੱਚ ਇੱਕ ਬੜੀ ਉੱਚੀ ਆਵਾਜ਼ ਦੀ ਗਰਜ ਪੈਦਾ ਹੋਈ। ਬਿਜਲੀ ਦੇ ਕੜਕਣ ਵਾਂਗ ਥਰਥਰਾਹਟ ਦਿਖਾਈ ਦਿੱਤੀ ਅਤੇ ਵਾਰ-ਵਾਰ ਧਰਤੀ ਕੰਬਣ ਲੱਗੀ। ਪ੍ਰਚੰਡ ਪੌਣ ਬਹੁਤ ਤੇਜ਼ ਚੱਲ ਪਈ। ਗੱਜਦੇ ਬੱਦਲਾਂ ਦੀਆਂ ਵਿਕਰਾਲ ਘਟਾਵਾਂ ਛਾ ਗਈਆਂ। ਤੁਰਤ ਆਕਾਸ਼ ਸਾਫ਼ ਹੋ ਗਿਆ ਤੇ ਬਹੁਤ ਵੱਡਾ ਪ੍ਰਕਾਸ਼ ਦਸੀਂ ਪਾਸੀਂ ਛਾ ਗਿਆ। ਗੁਰੂ ਜੀ ਇੱਕ ਸਮਾਨ ਧੀਰਜ ਧਾਰ ਕੇ ਬੈਠੇ ਸਨ। ਮੰਤਰ ਪੜ੍ਹਦੇ ਸਨ ਤੇ ਆਹੂਤੀ ਪਾਉਂਦੇ ਸਨ। ਕਈ ਵਾਰ ਬਿਜਲੀ ਲਿਸ਼ਕਦੀ ਸੀ, ਜਿਹੜੀ ਪਹਾੜ ਦੀ ਚੋਟੀ ਦੇ ਨੇੜੇ ਹੋ ਕੇ ਚਮਕਦੀ ਸੀ। ਕਈ ਵਾਰ ਘਟਾ ਵਾਂਗ ਬਣ ਜਾਂਦੀ ਸੀ ਤੇ ਕੜ-ਕੜ ਕਰਕੇ ਭਿਆਨਕ ਨਾਦ ਚੁੱਕਦੀ ਸੀ। ਕਈ ਵਾਰ ਸਭ ਕੁਝ ਸ਼ਾਂਤ ਹੋ ਜਾਂਦਾ ਸੀ। ਧਰਤੀ ਆਕਾਸ਼ ਸੁੰਦਰ ਬਣ ਜਾਂਦੇ ਸਨ। ਇਹ ਦੇਵੀ ਪ੍ਰਗਟ ਹੋਣ ਤੋਂ ਪਹਿਲਾਂ ਦਾ ਨਜ਼ਾਰਾ ਕਵੀ ਸੰਤੋਖ ਸਿੰਘ ਪੇਸ਼ ਕਰ ਰਿਹਾ ਹੈ। ਗੁਰੂ ਜੀ ਅਡੋਲ ਰਹੇ, ਕਿਸੇ ਤਰ੍ਹਾਂ ਵੀ ਉੱਠੇ ਨਹੀਂ। ਉਹ ਉਸੇ ਤਰ੍ਹਾਂ ਹੀ ਮੰਤਰ ਪੜ੍ਹ ਕੇ ਹਵਨ ਕਰਦੇ ਰਹੇ। ਹੁਣ ਪ੍ਰਗਟ ਹੋਵੇਗੀ, ਉਡੀਕ ਧਾਰਨ ਕੀਤੀ। ਦੇਵੀ ਦੇ ਚੰਗੀ ਵਿਧੀ ਨਾਲ ਦਰਸ਼ਨ ਕਰਾਂਗੇ। ਇਸ ਤਰ੍ਹਾਂ ਹੀ ਦੁਪਹਿਰ ਹੋ ਗਈ। ਕਿਰਪਾਲੂ ਗੁਰੂ ਜੀ ਇੱਕ ਰਸ ਬੈਠੇ ਰਹੇ। ਫਿਰ ਤੀਸਰਾ ਪਹਿਰ ਹੋ ਗਿਆ। ਫਿਰ ਭੁਚਾਲ ਆਇਆ। ਹੁਣ ਅੱਗੇ ਜਿਹੜਾ ਦੇਵੀ ਦਾ ਪ੍ਰਗਟ ਹੋਣਾ ਦਾ ਪ੍ਰਸੰਗ ਹੈ, ਅਧਿਆਇ 11ਵਾਂ ਹੈ। 1.5 ਪਹਿਰ ਦਿਨ ਰਹਿੰਦਾ ਸੀ। 9ਵੀਂ ਤਿਥੀ ਸੀ ਤੇ ਐਤਵਾਰ ਦਾ ਦਿਨ ਸੀ। ਚੇਤ ਮਹੀਨੇ ਦੀ ਸ਼ੁਕਲ ਦਾ ਪੱਖ ਸੀ, ਜਦ ਜਗਤ ਦਾ ਆਸਰਾ ਰੂਪ ਪ੍ਰਗਟ ਹੋਈ। ਵਿਸਾਖ ਮਹੀਨੇ ਦੇ ਵਿੱਚ ਦੇਵੀ ਦੀ ਪ੍ਰਗਟ ਹੋਣ ਦੀ ਜੋ ਹਵਨ ਦੀ ਵਿਧੀ ਹੈ ਸ਼ੁਰੂ ਕੀਤੀ ਸੀ, ਔਰ ਪੂਰੇ 11 ਮਹੀਨੇ ਗੁਜ਼ਰ ਗਏ ਤੇ ਚੇਤ ਮਹੀਨੇ ਦੇ ਵਿੱਚ ਜਾ ਕੇ ਦੇਵੀ ਦਾ ਪ੍ਰਗਟ ਹੋਣ ਦੇ ਜਿਹੜੇ ਨਿਸ਼ਾਨ ਦਿਖਾਈ ਦੇਣ ਲੱਗੇ। ਪੌਣ ਸਾਰੀਆਂ ਦਿਸ਼ਾਵਾਂ ਵਿੱਚ ਇੱਕੋ ਜਿਹੀ ਤੇਜ਼ ਹੋ ਗਈ। ਲਓ ਜੀ, ਆ ਇੱਕ ਨਵਾਂ ਨੁਕਤਾ ਇਹ ਕਵੀ ਪੇਸ਼ ਕਰ ਰਿਹਾ। ਹਵਾ ਜਿਹੜੀ ਆ ਜਾਂ ਪੂਰਬ ਤੋਂ ਚੱਲਦੀ, ਜਾਂ ਪੱਛਮ ਤੋਂ, ਜਾਂ ਦੱਖਣ ਤੋਂ, ਜਾਂ ਉੱਤਰ ਤੋਂ, ਪਰ ਇਹ ਕਵੀ ਕਹਿੰਦਾ ਵੀ ਚਾਰੇ ਪਾਸਾਂ ਤੋਂ ਇੱਕੋ ਜਿਹੀ ਸਪੀਡ ਨਾਲ ਹਵਾ ਚੱਲ ਰਹੀ ਸੀ। ਇਹ ਵੀ ਸਾਇੰਸਦਾਨ ਖੋਜ ਕਰਨਗੇ, ਪਰ ਸਿੱਖ ਤਾਂ ਆਪਣੇ ਘੇਸਲ ਵੱਟ ਕੇ ਪਏ ਨੇ। ਜੋ ਮਰਜ਼ੀ ਸਾਡੇ ਗੁਰੂ ਸਾਹਿਬਾਨ ਨਾਲ, ਸਾਡੇ ਇਤਿਹਾਸ ਨਾਲ ਕੋਈ ਖਿਲਵਾੜ ਕਰੀ ਜਾਵੇ, ਸਿੱਖਾਂ ਨੂੰ ਸਿਰਫ ਲੰਗਰ ਛਕਣਾ, ਅੱਖਾਂ ਬੰਦ ਕਰਕੇ ਜਕਾਰੇ ਛੱਡਣੇ, ਇਹੀ ਕੁਝ ਅਸੀਂ ਜਾਣਦੇ ਹਾਂ। ਹਵਾ ਚਾਰੇ ਪਾਸਿਆਂ ਤੋਂ ਚੱਲ ਰਹੀ ਸੀ। ਵਾਹ, ਇੱਕੋ ਜਿਹੀ ਸਪੀਡ ਨਾਲ। ਭਿਆਨਕ ਘਟਾਵਾਂ ਚਾਰੇ ਪਾਸਿਆਂ ਤੋਂ ਸੰਘਣੀਆਂ ਹੁੰਦੀਆਂ ਹੋਈਆਂ ਘੁੰਮ ਕੇ ਉਮੰਡੀਆਂ ਆ ਰਹੀਆਂ ਸਨ ਤੇ ਭਿਆਨਕ ਆਵਾਜ਼ ਨਾਲ ਗੱਜਦੀਆਂ ਸਨ। ਬਿਜਲੀ ਤੜਫ ਕੇ ਇੰਜ ਕੜਕੀ ਕਿ ਦਸੀਂ ਪਾਸੇ ਭਿਆਨਕ ਨਾਦ ਪੈਦਾ ਹੋਇਆ। ਇਹ ਸਾਰਾ ਡਰ ਦੇਣ ਵਾਲੇ ਲੱਛਣ ਆਕਾਸ਼ ਵਿੱਚ ਪ੍ਰਕਾਸ਼ਿਤ ਹੋਏ। ਧਰਤੀ ਉੱਤੇ ਵੱਡਾ ਵਿਕਰਾਲ ਭੁਚਾਲ ਆਇਆ, ਜਿਹੜਾ ਸਾਰਿਆਂ ਨੂੰ ਡਰਾ ਦੇਣ ਵਾਲਾ ਸੀ। ਪਹਾੜ ਡਗਮਗਾ ਕੇ ਡੋਲਦੇ ਸਨ, ਮਾਨੋ ਜੰਗ ਹੋ ਰਿਹਾ ਹੈ। ਪਹਾੜਾਂ ਦੀਆਂ ਕਈ ਚੋਟੀਆਂ ਡਿੱਗ ਰਹੀਆਂ ਸਨ।
ਸਮੁੰਦਰ ਅਤੇ ਨਦੀਆਂ ਉਛਲ ਉਛਲ ਕੇ ਛਲਕ ਰਹੀਆਂ ਸਨ। ਮੱਛੀਆਂ, ਕੱਛੂ ਅਤੇ ਰਾਖਸ਼ ਇਸ ਤਰ੍ਹਾਂ ਡਰ ਰਹੇ ਸਨ। ਜੰਗਲ ਵਿੱਚ ਬਹੁਤ ਦਰਖਤ ਮੂਲੋਂ ਉਖੜ ਗਏ ਤੇ ਵੱਡੇ ਵੱਡੇ ਟਾਹਣੇ ਟੁੱਟ ਗਏ। ਇਸ ਪ੍ਰਕਾਰ ਆਕਾਸ਼ ਅਤੇ ਧਰਤੀ ਉੱਤੇ ਸ਼ੋਰ ਮਚ ਗਿਆ। ਚਾਰੇ ਪਾਸੇ ਵੱਡਾ ਡਰ ਛਾ ਗਿਆ। ਲੋਕਾਂ ਜਾਣਿਆ ਕਿ ਪਰਲੋ ਆ ਗਈ ਹੈ। ਸਾਰਿਆਂ ਨੇ ਬਹੁਤ ਉੱਚੀ ਨਾਦ ਹੋਇਆ। ਸਾਰਿਆਂ ਨੇ ਬਹੁਤ ਉੱਚੀ ਨਾਦ ਹੋਇਆ ਸੁਣਿਆ। ਸਾਰੇ ਬਹੁਤ ਹੈਰਾਨ ਹੋਏ, ਪਰ ਕੁਝ ਵੀ ਜਾਣ ਨਾ ਸਕੇ। ਅਖੰਡ ਬ੍ਰਹਮੰਡ ਹੀ ਪਾਟ ਜਾਵੇਗਾ ਜਾਂ ਬਚ ਜਾਵੇਗਾ। ਕਿਸ ਨੇ ਸ਼ਕਤੀ ਧਾਰਨ ਕੀਤੀ ਹੈ। ਇਸ ਮਹਾਨ ਉਪੱਦਰ ਦੇ ਵਾਸਤੇ ਭਿਆਨਕ ਪਰਲੈ ਆਈ ਵਾਂਗ ਪਛਾਣਿਆ ਜਾਂਦਾ ਸੀ। ਹੁਣ ਹੋਇਆ ਕੀ ਸੁਣੋ। ਜਗਤ ਦੀ ਰਾਣੀ ਪ੍ਰਗਟ ਹੋਈ, ਜਿਹੜੀ ਸਭ ਗੁਣਾਂ ਦੀ ਖਾਣ ਹੈ। ਗਰੀਬਾਂ ਨੂੰ ਵਰ ਦੇਣ ਵਾਲੀ ਤੇ ਵੱਡੀ ਸ਼ੋਭਾ ਵਾਲੀ ਹੈ। ਸੂਰਜ ਚੰਦ ਕੀ ਹਨ, ਉਸ ਵਰਗੇ ਨਹੀਂ। ਇੰਦਰ ਭਾਵ ਇੱਥੇ ਦੇਵੀ ਦੀ ਉਸਤਤ ਬਹੁਤ ਕੀਤੀ ਹੋਈ ਹੈ। ਦੋਵੇਂ ਚਰਨ ਬਹੁਤ ਵੱਡੇ ਹਨ। ਦੇਵੀ ਕਿਹੋ ਜਿਹੀ ਹੈ, ਸ਼ਕਲ ਕਿਹੋ ਜਿਹੀ ਹੈ। ਦੋਵੇਂ ਚਰਨ ਬਹੁਤ ਵੱਡੇ ਹਨ। ਵਿਕਰਾਲ ਵੱਡੇ ਵੱਡੇ ਨੌ ਨਾਲ ਤਾੜ ਬ੍ਰਿਛ ਵਰਗੀਆਂ ਜੰਗਾਂ ਹਨ। ਲੱਕ ਦੇ ਚਾਰੇ ਪਾਸੇ ਹੱਡਾਂ ਦੀ ਮਾਲਾ ਹੈ। ਦੇਵੀ ਦਾ ਸਰੂਪ ਵੱਡੇ ਵੱਡੇ ਪੈਰ, ਵੱਡੀਆਂ ਵੱਡੀਆਂ ਜਾਂਘਾਂ, ਲੱਕ ਦੇ ਨਾਲ ਹੱਡਾਂ ਦੀ ਮਾਲਾ ਬੰਨੀ ਹੋਈ ਹੈ। ਉਸ ਤਰ੍ਹਾਂ ਹੀ ਪੇਟ ਵੀ ਬਹੁਤ ਭਿਆਨਕ ਦਿਸਦਾ ਹੈ। ਪਿੱਠ ਤੇ ਵਾਲ ਲਮਕਦੇ ਹਨ, ਜਿਨ੍ਹਾਂ ਦਾ ਕਾਲਾ ਰੰਗ ਬਹੁਤ ਸਜਦਾ ਹੈ। 8 ਬਾਹਾਂ ਮਾਨੋ ਬ੍ਰਿਛ ਦੇ ਡਾਲ ਹਨ। ਇਹ ਦੇਵੀ ਜਿਹੜੀ ਪਹਿਲਾਂ ਪ੍ਰਗਟ ਹੋਈ ਹੈ 8 ਬਾਹਾਂ ਵਾਲੀ ਹੋਈ ਹੈ। ਇਹ ਸਾਡੇ ਵਿਦਵਾਨ ਕਹਿੰਦੇ ਆ ਗੁਰੂ ਸਾਹਿਬ ਨੇ ਸ਼ਕਤੀ, ਦੇਵੀ ਸ਼ਕਤੀ ਦੀ ਗੱਲ ਕੀਤੀ ਹੈ। ਇਹ ਸ਼ਕਤੀ ਨਹੀਂ ਹੈ, ਇਹ ਵਿਅਕਤੀ ਹੈ 8 ਬਾਹਾਂ ਵਾਲਾ। ਗਲ ਵਿੱਚ ਬਹੁਤ ਸਿਰਾਂ ਦੀ ਮਾਲਾ ਹੈ। ਲਓ ਜੀ, ਦੇਵੀ ਉਹ ਕਹਿੰਦੇ ਜੀ ਤੁਸੀਂ ਜੀਵ ਹੱਤਿਆ ਕੀਤੀ ਹੈ। ਪੰਡਿਤ ਬ੍ਰਾਹਮਣ ਕੇਸ਼ਵ ਦਾਸ ਕਹਿੰਦਾ ਸੀ ਕਿ ਜੀਵ ਹੱਤਿਆ ਕੀਤੀ ਹੈ, ਪਰ ਆਹ ਜਿਹੜੀ ਦੇਵੀ ਪ੍ਰਗਟ ਹੋਈ ਹੈ ਇਹਨ ਨਰ ਮੁੰਡਾਂ ਦੀ ਮਾਲਾ ਪਾਈ ਹੋਈ ਹੈ। ਸਰੀਰਾਂ ਦੀ, ਮਨੁੱਖਾਂ ਦੇ ਸਿਰਾਂ ਦੀ ਮਾਲਾ ਗਲ ਵਿੱਚ ਪਾਈ ਹੋਈ ਹੈ। ਇਹ ਵੈਸ਼ਨੋ ਦੇਵੀ ਨਹੀਂ ਹੈ, ਇਹ ਖੂਨ ਕਰਨ ਵਾਲੀ ਦੇਵੀ ਹੈ, ਖੂਨ ਪੀਣ ਵਾਲੀ ਦੇਵੀ ਹੈ। ਗਲ ਵਿੱਚ ਬਹੁਤ ਸਿਰਾਂ ਦੀ ਮਾਲਾ ਧਾਰਨ ਕੀਤੀ ਹੋਈ ਹੈ। ਵਿਕਰਾਲ ਬਹੁਤ ਵੱਡੀਆਂ ਵੱਡੀਆਂ ਬੇਢੰਗੀ ਜਿਹੀ ਹੈ। ਦਾੜਾਂ ਵੱਡੀਆਂ ਵੱਡੀਆਂ ਤੇ ਦੰਦ ਵੱਡੇ ਵੱਡੇ, ਵੱਡੀਆਂ ਵੱਡੀਆਂ ਦਾੜਾਂ ਹਨ। ਵੱਡੇ ਵੱਡੇ ਦੰਦਾਂ ਦੀ ਪਾਲ ਖੜੀ ਹੈ, ਜਿਸ ਮੂੰਹ ਵਿੱਚ ਅੱਗ ਛੱਡ ਰਹੀ ਹੈ। ਮੂੰਹ ਦੇ ਵਿੱਚੋਂ ਅੱਗ ਛੱਡ ਰਹੀ ਹੈ। ਆਹ ਸ਼ਕਤੀ ਹੈ। ਇਹ ਸਾਡੇ ਮੂੰਹੋਂ ਠਗਣੇ ਪ੍ਰਚਾਰਕਾਂ ਦੀ ਇਹਨੂੰ ਸ਼ਕਤੀ ਕਹਿੰਦੇ ਆ। ਮੂੰਹ ਦੇ ਵਿੱਚੋਂ ਅੱਗ ਛੱਡ ਰਹੀ ਹੈ। ਹਿੰਦੂਆਂ ਵਾਲੀ ਦੇਵੀ ਵੀ ਐਂ ਹੀ ਕਰਦੀ ਹੈ। ਤੁਸੀਂ ਮੈਨੂੰ ਫਰਕ ਦੱਸ ਦਿਓ, ਇਹਨਾਂ ਵਿਦਵਾਨਾਂ ਨੂੰ ਪੁੱਛ ਲਿਆ ਕਰੋ। ਜਦੋਂ ਸ਼ਕਤੀ ਕਹਿੰਦੇ ਆ ਉਹਨਾਂ ਨੂੰ ਕਹੋ ਵੀ ਹਿੰਦੂਆਂ ਵਾਲੀ ਦੇਵੀ ਤੇ ਸਾਡੀ ਦੇਵੀ ਵਿੱਚ ਫਰਕ ਦੱਸ ਦਿਓ ਕੀ ਹੈ। ਜੇ ਸ਼ਕਤੀ ਹੈ ਤਾਂ ਉਹ ਕੀ ਹੈ? ਉਹ ਵੀ ਸ਼ਕਤੀ ਹੈ। ਫਿਰ ਹਿੰਦੂਆਂ ਦੇ ਸਿੱਖਾਂ ਵਿੱਚ ਫਰਕ ਕੀ ਹੋਇਆ? ਫਿਰ ਕਿਉਂ ਕਹਿੰਦੇ ਅਲੱਗ ਹੋ? ਜੋ ਸ਼ਕਤੀ ਉਹਨਾਂ ਦੀ ਸ਼ਕਤੀ, ਤੁਹਾਡੀ ਦੇਵੀ ਪ੍ਰਗਟ ਹੋ, ਦੇਵੀ ਨੂੰ ਮੰਨਦੇ। ਦੇਵੀ ਨੇ ਸਾਰੀ ਸ਼ਕਤੀ ਲੈ ਕੇ, ਗੁਰੂ ਗੋਬਿੰਦ ਸਿੰਘ ਨੇ ਦੇਵੀ ਤੋਂ ਸਾਰੇ ਕੰਮ ਕੀਤੇ ਆ। ਲਓ ਜੀ, ਮੱਥੇ ਦੀਆਂ ਪਵਾਂ ਚੜ੍ਹੀਆਂ ਹੋਈਆਂ ਹਨ, ਅੱਖਾਂ ਲਾਲ ਹਨ ਤੇ ਵੱਡੇ ਸਿਰ ਉੱਤੇ ਬਹੁਤ ਵਾਲ ਹਨ। ਸਾਰਾ ਤਨ ਵਿਕਰਾਲ ਹੈ, ਦਿਸ਼ਾ ਹੀ ਵਸਤਰ ਹਨ। ਭਾਵ ਦੇਵੀ ਅਲਫ ਨੰਗੀ ਹੈ, ਬਿਨਾਂ ਕੱਪੜਿਆਂ ਤੋਂ। ਤੋ ਇਹ ਹੋਇਆ ਕਿ ਬਹੁਤ ਜੋਗਣੀਆਂ ਨਾਲ ਹਨ। ਸਰੀਰ ਜਿਨ੍ਹਾਂ ਦੇ ਨੰਗੇ ਅਤੇ ਭੈੜੇ ਰੰਗ ਹਨ, ਨੱਚਦੀਆਂ ਹਨ। ਬਹੁਤ ਭੂਤ ਪ੍ਰੇਤ ਨਾਲ ਹਨ। ਕਈਆਂ ਦੇ ਹੱਥਾਂ ਵਿੱਚ ਝੰਡੀਆਂ ਫੜੀਆਂ ਹਨ ਤੇ ਉਹ ਬਹੁਤ ਸ਼ੋਰ ਮਚਾਉਂਦੀਆਂ ਹਨ। ਮੂੰਹ ਵਿੱਚੋਂ ਹੜ ਹੜ ਕਰਕੇ ਹੱਸ ਕੇ ਬੋਲਦੀਆਂ ਹਨ ਤੇ ਚਾਰੇ ਪਾਸੇ ਫਿਰ ਕੇ ਕ੍ਰੀੜਾ ਕਰਦੀਆਂ ਹਨ। 52 ਵੀਰ ਆਨੰਦ ਵਿਲਾਸ ਕਰਦੇ ਹਨ। ਇਹ ਕ੍ਰੀੜਾ ਤੇ ਆਨੰਦ ਵਿਲਾਸ, ਇਹ ਕਿਸੇ ਵਿਦਵਾਨਾਂ ਤੋਂ ਅਰਥ ਪੁੱਛ ਲਿਓ, ਮੈਂ ਨਹੀਂ ਜੇ ਕਰਨੇ। ਆਹ ਕੁਝ ਹੈ ਜੋ ਗੁਰੂ ਗੋਬਿੰਦ ਸਿੰਘ ਜਿਸ ਨੂੰ ਪ੍ਰਗਟ ਕਰਦੇ ਹੋਏ ਗੁਰੂ ਗੋਬਿੰਦ ਰਾਏ ਨੂੰ ਦਿਖਾਇਆ ਗਿਆ ਹੈ। ਤੇ ਅੱਗੇ ਪ੍ਰਕਾਸ਼ਦੇ ਹਨ ਤੇ ਪ੍ਰਸੰਨਤਾ ਧਾਰਨ ਕਰਦੇ ਹਨ। ਧਰਤੀ ਤੇ ਭੁਚਾਲ ਲਿਆਉਂਦੀਆਂ ਹਨ
ਪਹਾੜਾਂ ਦੀਆਂ ਉੱਚੀਆਂ ਚੋਟੀਆਂ ਨੂੰ ਤੋੜਦੀਆਂ ਹਨ, ਭਾਰੀ ਆਵਾਜ਼ ਨਾਲ ਗੱਜਦੀਆਂ ਹਨ। ਕਾਲੀ ਆਪਣੇ ਭਿਆਨਕ ਗੁਣਾਂ ਨੂੰ ਅੱਗੇ ਤੋਰਦੀ ਹੈ, ਜਿੱਥੇ ਕਿੱਥੇ ਵੀ ਚਮਕਦੀ ਹੈ ਉੱਥੇ ਮੂੰਹ ਵਿੱਚੋਂ ਅੱਗ ਕੱਢਦੀ ਹੈ ਤੇ ਭੈ ਵਧਾਉਂਦੀ ਆਉਂਦੀ ਹੈ। ਡੈਣਾਂ ਦੀ ਡਾਰ ਕਿਲਕਾਰੀਆਂ ਮਾਰ ਕੇ ਚੀਖਦੀ ਹੋਈ ਧਮਾਲਾਂ ਪਾਉਂਦੀ ਹੈ। ਮੰਨ ਲਓ ਬੜਾ ਸ਼ੋਰ ਸ਼ਰਾਬਾ, ਸਭ ਨੰਗ ਧੜੰਗੇ ਤੁਰੇ ਫਿਰਦੇ ਨੇ। ਭਿਆਨਕ ਰੂਪ ਵਾਲੀ ਤੇ ਭੈਦਾਇਕ ਦੇਵੀ ਪਹਾੜ ਦੀ ਚੋਟੀ ਤੇ ਆ ਕੇ ਖੜੀ ਹੋ ਗਈ। ਲਓ ਜੀ, ਦੇਵੀ ਪਹਾੜ ਦੀ ਚੋਟੀ ਤੇ ਆ ਕੇ ਖੜੀ ਹੋ ਗਈ। ਵਰ ਮੰਗੋ, ਬਹੁਤ ਉੱਚੀ ਆਵਾਜ਼ ਵਿੱਚ ਬਚਨ ਕਹਿ ਕੇ ਸੁਣਾਇਆ। ਗੋਬਿੰਦ ਰਾਏ ਨੂੰ ਕਹਿਣ ਲੱਗੀ ਦੇਵੀ, ਵਰ ਮੰਗੋ, ਕਾਹਦੇ ਵਾਸਤੇ ਇੰਨੀ ਮਿਹਨਤ ਕਰ ਰਹੇ ਹੋ, ਉਹ ਮੰਗ ਲਓ। ਅੱਗੋਂ ਸੁਣੋ ਗੋਬਿੰਦ ਰਾਏ ਜੀ ਨੂੰ ਕੀ ਕਰਦੇ ਹੋਏ ਦਿਖਾਇਆ। ਜੈ ਜਗਦੰਬੇ, ਜੈ ਜਗਦੰਬਾ ਕਹਿ ਕੇ ਗੁਰੂ ਜੀ ਖੜੇ ਹੋ ਗਏ। ਦੇਵੀ ਦੇ ਸਾਰੇ ਸਰੂਪ ਨੂੰ ਵੇਖਿਆ। ਇੱਕ ਵਾਰ ਪੈਰਾਂ ਦੇ ਨੌਹਾਂ ਤੋਂ ਲੈ ਕੇ ਸਿਰ ਤੱਕ ਵੇਖ ਕੇ ਫਿਰ ਅੱਖਾਂ ਬੰਦ ਕਰ ਲਈਆਂ। ਗੁਰੂ ਜੀ ਹੱਥ ਜੋੜ ਕੇ ਸਾਹਮਣੇ ਹੀ ਖੜੇ ਰਹੇ। ਦੇਵੀ ਨੇ ਗੁਰੂ ਜੀ ਦੇ ਮਨੋਰਥ ਨੂੰ ਜਾਣ ਲਿਆ। ਫਿਰ ਆਪਣਾ 4 ਬਾਹਾਂ ਵਾਲਾ ਰੂਪ ਬਣਾ ਲਿਆ। ਪਹਿਲਾਂ 8 ਬਾਹਾਂ ਵਾਲਾ ਸੀ, ਫਿਰ 4 ਬਾਹਾਂ ਉਤਾਰ ਦਿੱਤੀਆਂ ਤੇ 4 ਬਾਹਾਂ ਵਾਲਾ ਰੂਪ ਬਣਾ ਲਿਆ ਤੇ ਸਾਰਾ ਸਰੀਰ ਸੋਨੇ ਵਰਗਾ ਅਨੂਪਮ ਹੋ ਗਿਆ। ਪਹਿਲਾਂ ਬੇਟਾ ਬਾਝਿਆ ਸੀ, ਹੁਣ ਸੋਨੇ ਵਰਗਾ ਸੁੰਦਰ ਹੋ ਗਿਆ। ਸ਼ੇਰ ਉੱਤੇ ਚੜ੍ਹ ਕੇ ਸ਼ਾਸਤਰ ਧਾਰਨ ਕਰ ਲਏ। ਮੱਥੇ ਵਿੱਚ ਸੋਹਣਾ ਚੰਦਰਮਾ ਛਵੀ ਨੂੰ ਵਧਾ ਰਿਹਾ ਸੀ। ਹੇ ਪੁੱਤਰ, ਮੰਗੋ, ਮੈਂ ਹੁਣ ਤੁਹਾਨੂੰ ਵਰ ਦੇਵਾਂਗੇ। ਤੁਸੀਂ ਮੇਰੀ ਸੇਵਾ ਕਰਕੇ ਮੈਨੂੰ ਪ੍ਰਸੰਨ ਕੀਤਾ ਹੈ। ਪਹਿਲੀ ਪ੍ਰਤਿਗਿਆ ਯਾਦ ਕਰਦੀ ਹਾਂ, ਜੋ ਚਾਹੁੰਦੇ ਹੋ ਕਹਾਂਗੀ ਤੇ ਸੰਪੂਰਨ ਹੋਵੇਗਾ। ਗੁਰੂ ਜੀ ਨੇ ਮਿੱਠੇ ਪ੍ਰਸੰਨਤਾ ਭਰੇ ਸ਼ਬਦ ਸੁਣੇ। ਸੁਣ ਕੇ ਆਪਣੀਆਂ ਅੱਖਾਂ ਖੋਲ ਕੇ ਦਰਸ਼ਨ ਕੀਤੇ। ਨੰਗੀ ਦੇਵੀ ਨੂੰ ਪਹਿਲਾਂ ਗੁਰੂ ਸਾਹਿਬ ਨੇ ਆਪਣੇ ਨੇਤਰਾਂ ਰਾਹੀਂ ਆਪਣੇ ਹਿਰਦੇ ਵਿੱਚ ਵਸਾ ਲਿਆ। ਨੌਜਵਾਨ ਮਰਦ, ਇੱਕ ਔਰਤ ਨੰਗੀ ਦੇਵੀ ਗੁਰੂ ਸਾਹਿਬ ਦੇ ਸਾਹਮਣੇ ਪ੍ਰਗਟ ਕਰ ਦਿੱਤੀ। ਇਹ ਸਾਡੇ ਕਵੀ ਸੰਤੋਖ ਸਿੰਘ ਜੀ ਨੇ। ਔਰ ਸਿੱਖਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਿੱਖੋ, ਜੇ ਤੁਹਾਨੂੰ ਹਾਲੇ ਵੀ ਫਰਕ ਨਹੀਂ ਪੈਂਦਾ, ਫਿਰ ਆਪਣੇ ਆਪ ਨੂੰ ਨਿਰਮਲ ਨਿਰਾਲਾ ਪੰਥ ਕਹਿਣਾ ਛੱਡ ਦੇਵੋ। ਕੀ ਫਰਕ ਪੈਂਦਾ? ਬਾਕੀ ਜਿੱਥੇ ਦੁਨੀਆ ਰਹਿੰਦੀ ਉਹਦੇ ਨਾਲ ਰਹੋ। ਐਵੇਂ ਕਾਹਦੇ 2 ਬੇੜੀਆਂ 'ਚ ਪੈਰ ਰੱਖੀ ਫਿਰਦੇ ਹੋ? ਇਸ ਸੰਸਾਰ 'ਤੇ ਕੁਝ ਵੀ ਫਰਕ ਨਹੀਂ। ਗੁਰੂ ਜੀ ਨੇ ਕਿਹਾ, ਹੇ ਮਾਤਾ ਜੀ, ਮੈਨੂੰ ਵਰ ਦੇਵੋ। ਵਰ ਕਿਹੜਾ ਮੰਗਿਆ? ਨਵਾਂ ਪੰਥ ਪੈਦਾ ਕਰਾਂ, ਤੁਰਕ ਰਾਜ ਦੇ ਤੇਜ ਨੂੰ ਖਤਮ ਕਰਾਂ। ਹਿੰਦੂ ਧਰਮ ਨਿਤ ਖਤਮ ਹੋ ਰਿਹਾ ਹੈ, ਜਿਸ ਨੂੰ ਬਚਾ ਕੇ ਫਿਰ ਪ੍ਰਕਾਸ਼ਿਤ ਕਰਾਂ। ਇਹ ਵਰ ਮੰਗਿਆ। ਤੁਹਾਡੇ ਹੱਥ ਤੋਂ ਐਸਾ ਸ਼ਸਤਰ ਪਾਵਾਂ, ਜਿਸ ਨੂੰ ਧੋ ਕੇ ਪਿਲਾ ਕੇ ਲੋਕਾਂ ਨੂੰ ਆਪਣੇ ਪੰਥ ਵਿੱਚ ਰਲਾਵਾਂ, ਜਿਸ ਨਾਲ ਵਿਕਰਾਲ ਤੇਜ ਧਾਰਨ ਕਰਨ ਤੇ ਬਲਵਾਨ ਵੈਰੀ ਨੂੰ ਵੀ ਚਿੱਤ ਕਰ ਲੈਣ। ਮੇਰਾ ਪੰਥ ਜਿਹੜਾ, ਮੇਰੇ ਪੰਥ ਦੀ ਸਦਾ ਸਹਾਇਤਾ ਕਰੋ। ਇਹ ਦਿਨ ਪ੍ਰਤੀ ਦਿਨ ਵਧੇ, ਇਹੋ ਵਰ ਦੇਵੋ। ਤੇਰਾ ਚਰਿੱਤਰ ਮੇਰੇ ਮਨ ਵਿੱਚ ਵਸੇ, ਜਿਸ ਦਾ ਸ਼ਾਮ ਸਵੇਰੇ ਸਿਮਰਨ ਕਰਾਂ। ਗੁਰੂ ਗੋਬਿੰਦ ਸਿੰਘ ਜੀ ਦੇਵੀ ਮਾਤਾ ਨੂੰ ਕਹਿ ਰਹੇ ਹਨ ਕਿ ਤੇਰਾ ਚਰਿੱਤਰ ਮੇਰੇ ਹਿਰਦੇ ਵਿੱਚ ਵਸੇ ਤਾਂ ਤੈਨੂੰ ਸਵੇਰੇ ਸ਼ਾਮ ਮੈਂ ਤੇਰਾ ਸਿਮਰਨ ਕਰਾਂ। ਜੇ ਗੁਰੂ ਗੋਬਿੰਦ ਸਿੰਘ ਜੀ ਚੰਡੀ ਦਾ ਸਵੇਰੇ ਸ਼ਾਮ ਸਿਮਰਨ ਕਰਦੇ ਨੇ, ਦੇਵੀ ਮਾਤਾ ਦਾ, ਆ 4 ਬਾਹਾਂ ਵਾਲੀ ਦਾ, 8 ਬਾਹਾਂ ਵਾਲੀ ਦਾ, ਫਿਰ ਸਿੱਖੋ, ਜੇ ਇਹ ਗ੍ਰੰਥ ਨੂੰ ਰੁਮਾਲੇ ਪਾ ਕੇ ਕਥਾ ਕਰਨੀ ਆ, ਫਿਰ ਯਾਰ ਫਿਰ ਤੁਹਾਨੂੰ ਵੀ ਤਾਂ ਇਹ ਦੇਵੀ ਦਾ ਸਿਮਰਨ ਕਰਨਾ ਪਊ। ਕਿਵੇਂ ਆਪਣੇ ਆਪ ਨੂੰ ਅਲੱਗ ਬਣਾਈ ਜਾਂਦੇ ਹੋ? ਕਿਵੇਂ ਅਲੱਗ ਕਹੀ ਜਾਂਦੇ ਹੋ? ਪੰਥ ਰਚਨ ਵਾਸਤੇ ਅਤੇ ਤੁਰਕਾਂ ਦਾ ਤੇਜ ਖੋਣ ਵਾਸਤੇ ਮੇਰੇ ਉੱਤੇ ਕਿਰਪਾ ਕਰਕੇ ਇਹ ਦੋਵੇਂ ਵਰ ਦੇਵੋ। ਇਸ ਤਰ੍ਹਾਂ ਸੁਣ ਕੇ ਦੇਵੀ ਹੱਸ ਪਈ। ਲਓ ਜੀ, ਮਾਤਾ ਜੀ ਹੱਸ ਪਏ, ਦੇਵੀ ਮਾਤਾ ਹੱਸ ਪਈ ਤੇ ਉਸ ਸ਼ੁਭ ਵਚਨ ਕੀਤੇ, ਹੇ ਪੁੱਤਰ, ਪੰਥ ਰਚਨ ਦਾ ਵਰ ਮੈਂ ਦਿੱਤਾ। ਹੁਣ
ਖਾਲਸਾ ਜੀ, ਆ ਜਿਹੜਾ ਖਾਲਸਾ ਪੰਥ ਤੁਸੀਂ ਨਿਰਮਲ ਨਿਰਾਲਾ ਦੀ ਗੱਲ ਕਰਦੇ ਨਾ, ਗੁਰੂ ਨਾਨਕ ਪਾਤਸ਼ਾਹ ਦੀ ਭਾਈ ਗੁਰਦਾਸ ਜੀ ਲਿਖਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਆ ਨਿਰਮਲ ਪੰਥ ਤਾਂ ਖਤਮ ਹੋ ਗਿਆ, ਹੁਣ ਤਾਂ ਮਿਲਗੋਭਾ ਪੰਥ ਹੋ ਗਿਆ, ਕਿਉਂਕਿ ਇਹ ਜਿਹੜਾ ਪੰਥ ਖਾਲਸਾ ਪੰਥ ਹੈ ਇਹ ਦੇਵੀ ਦੀ ਕਿਰਪਾ ਨਾਲ ਹੋਇਆ ਹੈ। ਇਸ ਵਿੱਚ ਇੰਨਾ ਭੇਦ ਰਹਿ ਗਿਆ ਹੈ, ਤੁਸੀਂ ਮੇਰੇ ਦਰਸ਼ਨ ਕਰਦੇ ਸਮੇਂ ਨੈਣ ਬੰਦ ਕਰ ਲਏ ਸਨ। ਇਸ ਕਰਕੇ ਤੁਹਾਡਾ ਸਰੀਰ ਛੱਡਣ ਪਿੱਛੋਂ ਜਦ 40 ਵਰਸ ਬੀਤ ਜਾਣਗੇ ਤਾਂ ਤੁਹਾਡਾ ਪੰਥ ਜੱਗ ਵਿੱਚ ਵਿਸ਼ਾਲ ਵਧੇਗਾ। ਤੁਰਕ ਦਾ ਤੇਜ ਫਿਰ ਵਿਕਰਾਲ ਰੂਪ ਵਿੱਚ ਖਤਮ ਹੋ ਜਾਵੇਗਾ। ਤੁਹਾਡੀ ਫਿਰ ਅਭਿਲਾਖਾ ਪੂਰੀ ਹੋਵੇਗੀ। ਜਿਵੇਂ ਮੈਂ ਉਚਾਰਨ ਕੀਤਾ ਸਭ ਸੱਚ ਹੋਵੇਗਾ। ਦੇਵੀ ਨੇ ਆਪਣੇ ਹੱਥਾਂ ਨਾਲ ਛੁਰੀ ਸਤਿਗੁਰ ਨੂੰ ਦਿੱਤੀ, ਜਿਸ ਕਰਕੇ ਇਹ ਨਾਮ ਕਰਦ ਪ੍ਰਗਟ ਹੋਇਆ। ਕਿਰਪਾਨ ਜਿਹੜੀ ਸਾਡੀ ਆ ਉਹ ਦੇਵੀ ਨੇ ਦਿੱਤੀ। ਇਹ ਲੈ ਕੇ ਜਲ ਸਹਿਤ ਮਿੱਠਾ ਲਵੋ ਤੇ ਇਸ ਨੂੰ ਪਾਣੀ ਵਿੱਚ ਫੇਰੋ। ਜਿਹੜਾ ਅੰਮ੍ਰਿਤ ਤਿਆਰ ਕੀਤਾ ਨਾ, ਇਹ ਦੇਵੀ ਨੇ ਵਿਧੀ ਦੱਸੀ ਸੀ ਕਿ ਇਹ ਸ਼ੁਰੂ ਵਿੱਚ ਕਿਰਪਾਨ ਜਿਹੜੀ ਦੇਵੀ ਨੇ ਦਿੱਤੀ ਹੈ ਫੇਰੋ। ਪਾਣੀ ਲੈ ਕੇ ਭਾਂਡੇ 'ਚ ਤੇ ਵਿੱਚ ਪਾਓ ਮਿੱਠਾ, ਇੱਕ ਕਿਰਪਾਨ ਘੋਲ ਕੇ ਪਿਲਾਓ। ਤੁਹਾਡਾ ਪੰਥ ਸਿੱਧਕਵਾਨ ਅਤੇ ਸੂਰਮਾ ਹੋਵੇਗਾ। ਵੈਰੀ ਵੇਖ ਕੇ ਹੀ ਡਰ ਧਾਰ ਕੇ ਭੱਜ ਜਾਵੇਗਾ। ਹੁਣ ਕੁਝ ਸਾਡੀ ਭੇਟ ਦੇਵੋ। ਭਾਵ ਜਿਹੜੀ ਕਰਦ ਦਿੱਤੀ ਸੀ, ਕਿਰਪਾਨ ਦਿੱਤੀ ਸੀ, ਉਹ ਘੋਲ ਕੇ ਪਿਲਾ ਕੇ ਖਾਲਸਾ ਪੰਥ ਤਿਆਰ ਕਰਨਾ ਸੀ ਔਰ ਮਿੱਠਾ ਵਿੱਚ ਪਾਉਣਾ ਸੀ। ਤੇ ਹੁਣ ਦੇਵੀ ਨੇ ਮੰਗੀ ਭੇਟਾ। ਇਹ ਸੁਣ ਕੇ ਉਹ ਜਦੋਂ ਭੇਟਾ ਮੰਗੀ ਤਾਂ ਇਹ ਸੁਣ ਕੇ ਗੁਰੂ ਜੀ ਨੇ ਕਟਾਰ ਆਪਣੇ ਹੱਥ ਵਿੱਚ ਧਾਰਨ ਕੀਤੀ ਤੇ ਆਪਣੇ ਸਰੀਰ ਨੂੰ ਮਾਰ ਕੇ ਖੂਨ ਕੱਢਿਆ। ਉਹ ਲੈ ਕੇ ਜਗ ਮਾਤਾ ਪ੍ਰਸੰਨ ਹੋ ਗਈ। ਫਿਰ ਗੁਰੂ ਜੀ ਨੇ ਦੂਜੀ ਭੇਟ ਅਰਪਣ ਕੀਤੀ। ਪਹਿਲੀ ਭੇਟ ਤਾਂ ਉਦੋਂ ਦੇ ਦਿੱਤੀ ਜੋ ਜੰਗ ਵਿੱਚ ਸ਼ਾਸਤਰਾਂ ਨਾਲ ਮਰਨਗੇ। ਸਾਰੇ ਚਾਰੇ ਸਾਹਿਬਜ਼ਾਦੇ ਦੇ ਦਿੱਤੇ। ਲੱਖਾਂ ਸਿੱਖ ਕ੍ਰੋਧ ਧਾਰਨਗੇ, ਯੁੱਧ ਵਿੱਚ ਮਰ ਕੇ ਤੁਹਾਡੀ ਭੇਟ ਦੇਣਗੇ, ਤੁਹਾਡੀ ਭੇਟ ਦੇਣਗੇ। ਭਾਵ ਚਾਰੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਿੱਚ ਸਮੇਂ ਦੀ ਹਕੂਮਤ ਦਾ ਕੋਈ ਦੋਸ਼ ਨਹੀਂ, ਕਿਉਂਕਿ ਉਹ ਤਾਂ ਗੁਰੂ ਸਾਹਿਬ ਨੇ ਕਮਿਟ ਕੀਤਾ ਸੀ, ਇੱਕ ਐਗਰੀਮੈਂਟ ਕੀਤਾ ਸੀ, ਇੱਕ ਆਪਣਾ ਵਾਅਦਾ ਕੀਤਾ ਸੀ ਦੇਵੀ ਨਾਲ। ਉਹ ਤਾਂ ਉਹਨਾਂ ਦੇ ਸਿਰ ਭੇਟ ਕੀਤੇ, ਉਹਨਾਂ ਦੀ ਬਲੀ ਦਿੱਤੀ। ਜਿੰਨੇ ਸਿੰਘ ਸ਼ਹੀਦ ਹੋਏ ਕਿਸੇ ਦਾ ਕੋਈ ਦੋਸ਼ ਨਹੀਂ, ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਇਹ ਭੇਟਾ ਦੇਣੀ ਪ੍ਰਵਾਨ ਕਰ ਗਏ ਸੀ, ਬਲੀ ਦਿੱਤੀ। ਇਹ ਸਾਰਾ ਕੁਛ ਹੁਣ ਦੇਵੀ ਤਾਂ ਹੋ ਗਈ ਅਲੋਪ। ਇਸ ਤਰ੍ਹਾਂ ਵਰ ਦੇ ਕੇ ਆਪਣੀ ਭੇਟਾ ਪ੍ਰਾਪਤ ਕੀਤੀ ਅਤੇ ਤੁਰਤ ਆਪਣਾ ਪ੍ਰਕਾਸ਼ ਸਮੇਟ ਲਿਆ। ਜਗਤ ਮਾਤਾ ਅੰਤਰ ਧਿਆਨ ਹੋ ਗਈ। ਤਦ ਦੇਵੀ ਦੇ ਚੌਬਦਾਰ ਨੇ ਕਿਹਾ, ਹੁਣ ਦੇਵੀ ਦਾ ਜਿਹੜਾ ਪਹਿਰੇਦਾਰ ਸੀ ਨਾ, ਚੌਬਦਾਰ ਆ ਗਿਆ। ਉਹਨ ਕੀ ਕਿਹਾ, ਮੇਰਾ ਇਹ ਬਾਣਾ ਲਵੋ, ਆਪਣੇ ਸਾਰੇ ਪੰਥ ਨੂੰ ਦੇ ਦੇਵੋ। ਜੰਗ ਸਮੇਂ ਜੋ ਵੀ ਇਹ ਬਾਣਾ ਧਾਰਨ ਕਰੇਗਾ ਤਾਂ ਉਸ ਦਾ ਮਹਾਨ ਤੇਜ ਹੋਵੇਗਾ। ਦੇਵੀ ਦੇ ਚੌਬਦਾਰ ਨੇ ਕੀ ਕੀਤਾ, ਆਪਣਾ ਕੱਛਾ ਲਾ ਕੇ ਦਿੱਤਾ। ਮਮ ਬਾਣਾ ਕਛਣੀ ਇਹ ਲੀਜੇ, ਇੱਥੇ ਅਰਥ ਕਰਨ ਲੱਗਿਆ ਕਛਣੀ ਲਿਖਿਆ ਨਹੀਂ, ਕੱਛਾ ਦਿੱਤਾ ਉਹਨਾਂ ਆਪਣਾ। ਮਮ ਬਾਣਾ ਕਛਣੀ ਇਹ ਲੀਜੈ, ਆਪਣੇ ਸਰਬ ਪੰਥ ਮੈਂ ਦੀਜੈ। ਆਪਣੇ ਪੰਥ ਨੂੰ ਇਹ ਦੇ ਦਿਓ। ਇਹ ਜੰਗ ਯੁੱਧ ਦਾ ਬਾਣਾ ਜਿਹੜਾ ਕਛਹਿਰਾ ਸਿੱਖਾਂ ਦਾ, ਇਹ ਦੇਵੀ ਦੇ ਚੌਬਦਾਰ ਦਾ ਦਿੱਤਾ ਹੋਇਆ ਕੱਛੀ ਹੈ, ਕੱਛਾ ਹੈ। ਇਹ ਦੋ ਚੀਜ਼ਾਂ ਖਾਲਸਾ ਪੰਥ 'ਚ ਕਰਦ, ਕਿਰਪਾਨ ਤੇ ਕੱਛਾ, ਇਹ ਦੇਵੀ ਤੇ ਦੇਵੀ ਦੇ ਚੌਬਦਾਰ ਦੀਆਂ ਦਿੱਤੀਆਂ ਹੋਈਆਂ। ਹੁਣ ਨਾ ਕਿਆ ਕਰੋਗੇ ਖਾਲਸਾ ਪੰਥ ਨਿਰਮਲ ਨਿਰਾਲਾ, ਇਹ ਸਾਰੀ ਦੇਵੀ ਦੀ ਕਿਰਪਾ ਹੈ। ਤੁਹਾਡਾ ਪੰਥ, ਤੁਹਾਡੇ ਪੰਥ ਵਿੱਚ ਮੈਂ ਬਲ ਵਧਾਵਾਂਗਾ। ਜਿਹੜਾ ਚੌਬਦਾਰ ਸੀ ਉਹ ਕਹਿੰਦਾ ਤੁਹਾਡੇ ਪੰਥ ਵਿੱਚ ਮੈਂ ਬਲ ਵਧਾਵਾਂਗਾ। ਲੰਕੜੀਆ ਉਹਦਾ ਨਾਂ, ਲੰਕੜੀਆ ਕਹਿੰਦੇ ਉਹਨੂੰ। ਤੇ ਯੁੱਧ ਵਿੱਚ ਤੁਹਾਡੀ ਸਹਾਇਤਾ ਕਰਨ ਵਾਸਤੇ ਆਵਾਂਗਾ। ਇਸ ਤਰ੍ਹਾਂ ਕਹਿ ਕੇ ਤੁਰੰਤ ਅਲੋਪ ਹੋ ਗਿਆ। ਕਿਰਪਾਲੂ ਗੁਰੂ ਜੀ ਹੱਥ ਵਿੱਚ ਕਟਾਰ ਫੜ ਕੇ ਖੜੇ ਰਹੇ। ਸੋ ਆ ਜੀ ਸਾਰਾ
वर प्राप्त करके मुख उत्ते वड्डी लाली आई। आ जिहड़ा सारा कुछ है देवी प्रगट कवि संतोख सिंह ने जो है गुरु गोबिंद राय जी तो करवाई है। और जिहड़ा खालसा पंथ दे 5 ककारां विचों 2 ककार जिहड़े आ वो देवी ते लमकड़िया ने दिते हन। एक जगह मैं किते ये भी पढ़िया सी कि जिहड़े केसां धारी पंथ साजण नूं देवी ने कहा, इहदा मान लो केस भी देवी की कृपा नाल हो गए ते बाकी बचे कंघा केसां दी संभाल लई जिहड़ा असीं कोलों लाया। ते कड़ा एक होर ककार है, मतलब 5 विचों 3 एक तरह नाल देवी दे लमकड़ीए दे हो गए। ते खालसा पंथ निर्मल निराला कहना छड्ड दिओ जे इस ग्रंथ नूं मनना। जे मंनदे हो कि ग्रंथ सिੱਖੀ ਲਈ ਲਾਹੇਵੰਦ है और गुरु गोबिंद सिंह देवी भगत सन और फिर भाई निर्मल निराला पंथ कहना छड्ड दिओ, नहीं तो इस ग्रंथ नूं समेट दिओ, गुरुद्वारे चों बाहर कढ दिओ। अज दी विचार इतनी की है। अगली वीडियो विच असीं देवी प्रसंग नूं पूरे नूं संपूर्ण करांगे। आओ फतेह बुलाइए। वाहिगुरू जी का खालसा वाहिगुरू जी की फतेह।